होने दो। आज हम गुरु जी की लिखी पुस्तक संगत में से पेज नंबर 4 पढ़ेंगे, जिसका टॉपिक है प्रेम निष्कलंक शक्ति है। हाँ, प्रेम निष्कलंक शक्ति। देखा, प्रेम ਜਿਹੜਾ ਨਾ ਨਿਸ਼ਕਲੰਕ ਸ਼ਕਤੀ ਹੈ। ਪ੍ਰੇਮ ਦਾ ਅਰਥ ਕੀ ਹੈ? ਦੋ ਜਣਿਆਂ ਦਾ ਪ੍ਰੇਮ ਹੈ, ਦੋਵੇਂ ਇਸ ਤਰ੍ਹਾਂ ਇੱਕਮਿਕ ਹੋ ਗਏ ਨੇ ਮਨਨ ਤੌਰ ਤੇ, ਆਤਮਿਕ ਤੌਰ ਤੇ, ਕਿ ਬਿਲਕੁਲ ਕੋਈ ਫਰਕ ਨਹੀਂ, ਕੋਈ ਫਿਕਰ ਨਹੀਂ, ਕੋਈ ਲਾਭ ਨਹੀਂ, ਕੋਈ ਹਾਨੀ ਨਹੀਂ, ਕੋਈ ਘਾਟਾ ਨਹੀਂ, ਵਾਧਾ ਨਹੀਂ, ਕੁਛ ਨਹੀਂ। ਇਹ ਪ੍ਰੇਮ ਹੈ। ਪ੍ਰੇਮ ਵਿੱਚ ਇੰਨੀ ਸਮਾਨਤਾ ਹੈ ਕਿ ਭਗਤ ਭਗਵਾਨ ਇੱਕਮਿਕ ਹੋ ਜਾਂਦੇ ਨੇ। ਭਗਵਾਨ ਭਗਤ ਤੋਂ ਬਿਨਾਂ ਨਹੀਂ ਰਹਿੰਦਾ ਔਰ ਭਗਤ ਭਗਵਾਨ ਤੋਂ ਬਿਨਾਂ ਨਹੀਂ ਰਹਿੰਦਾ। ਇਹ ਅਵਸਥਾ ਹੈ। ਹਾਂਜੀ, प्रेम निष्कलंक शक्ति है जो एक जज्बे से पाई जाती है। हाँ, प्रेम एक निष्कलंक शक्ति, ਇਹਦੇ ਚ ਕਲੰਕ ਕੋਈ ਨਹੀਂ, ਜੋ ਇੱਕ जज्बे से पाई जाती है। ਜਜ਼ਬੇ ਤੇ, ਇੱਕ ਮਨ ਦੇ ਪੂਰੇ ਇਰਾਦੇ ਨਾਲ, ਸੱਚੇ ਇਰਾਦੇ ਨਾਲ, ਜਜ਼ਬਾ ਇਹਨੂੰ ਕਹਿੰਦੇ ਨੇ। ਹੈ ਮਨ ਦੇ ਵਿੱਚ ਪੂਰੀ ਤਰ੍ਹਾਂ ਨਾਲ ਮੇਰਾ ਇਰਾਦਾ ਹੈ, ਪੂਰੀ ਭਾਵਨਾ ਹੈ, ਪੂਰੀ ਸ਼ਰਧਾ ਹੈ, ਇਹਨੂੰ ਕਹਿੰਦੇ ਜਜ਼ਬਾ। ਮਨ ਦੇ ਜਜ਼ਬੇ ਨਾਲ ਪਾਈ ਜਾਂਦੀ ਹੈ। ਬਿਲਕੁਲ ਠੀਕ ਹੈ। ਹਾਂਜੀ, जज्बा किसी कारण से होता है। ਹਾਂ, ਜਜ਼ਬਾ ਜਿਹੜਾ ਨਾ ਉਹ ਕਿਸੇ ਕਾਰਨ ਤੋਂ ਪੈਦਾ ਹੁੰਦਾ, ਕੋਈ ਵਜ੍ਹਾ ਹੁੰਦੀ ਹੈ। ਕੋਈ ਜਗਤ ਵਿੱਚ ਮੈਨੂੰ ਕਿਤੇ ਧੱਕੇ ਪੈਂਦੇ ਨੇ। ਕਈ ਜਿਹੜੇ ਨੇ ਨਾ ਸਤਸੰਗ ਵਾਲੇ ਪਾਸੇ, ਧਾਰਮਿਕ ਪਾਸੇ ਚੱਲੇ ਨੇ, ਜਿਨ੍ਹਾਂ ਨੂੰ ਘਰੋਂ ਧੱਕੇ ਪਏ ਨੇ, ਜਿਹਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ, ਜਿਸ ਮੈਂਬਰ ਨਾਲ ਜਾਂ ਜਿਸ ਪਰਿਵਾਰ ਨਾਲ ਹੈ, ਉਹਨਾਂ ਨੇ ਹੀ ਕੋਈ ਜਿਹੜਾ ਨਾ ਉਲਟ ਕੀਤਾ, ਹੋ ਗਿਆ ਕੈਸਾ ਸਿਲਸਿਲਾ, ਮੇਰੀ ਗਲਤੀ ਕਰਕੇ ਹੋ ਗਿਆ ਜਾਂ ਉਹਨਾਂ ਦੀ ਗਲਤੀ, ਉਹ ਸਾਬਤ ਹੋ ਗਿਆ ਕਿ ਨਹੀਂ, ਇੱਥੇ ਕੋਈ ਕਿਸੇ ਦਾ ਨਹੀਂ, ਇੱਥੇ ਸੋਈ ਸੋਈ ਹੈ, ਈਸ਼ਵਰ ਹੀ ਈਸ਼ਵਰ ਹੈ। ਇਸ ਸ਼ਾਹ ਨੂੰ ਈਸ਼ਵਰ ਦਾ ਅਰਥ ਹੈ, ਇਹ ਸ਼ਾਹ ਨੂੰ ਵਰ ਲਈਏ। ਇਹ ਸ਼ਾਹ ਨੂੰ ਵਰ ਲਵਾਂਗੇ ਨਾ ਤੇ ਇਹਦੇ ਚਰਨਾਂ ਵਿੱਚ ਸਿਰ ਧਰ ਦੇਵਾਂਗੇ ਨਾ, ਤੇ ਸਭ ਕੁਝ ਪ੍ਰਾਪਤੀ ਹੋ ਜਾਏਗੀ। ਮੈਨੂੰ ਈਸ਼ਵਰ ਦੀ, ਸੱਚ ਦੀ ਪ੍ਰਾਪਤੀ ਹੋ ਜਾਏਗੀ। ਹਾਂਜੀ, कारण किसी कर्म से मिलता है। जो इंसान कारण को मिलकर एक जज्बे में मस्त रहता है, वो तो पूर्ण जगह पा लेता है। पहले लिखा अंकल कि प्रेम एक जज्बे से पाई जाती है निष्कलंक शक्ति। जज्बा किसी कारण से होता है और कारण किसी कर्म से मिलता है। हाँ, कारण कोई हो जाता है ना, कोई सानू कईयां ਦਾ ਕਾਰਨ ਹੋ ਗਿਆ ਕਿ ਬੱਚਿਆਂ ਨਾਲ ਬੜਾ ਪਿਆਰ ਕਰਦਾ ਸੀਗਾ, ਸਾਰਾ ਸਿਲਸਿਲਾ ਸੀਗਾ। ਬੱਚਿਆਂ ਨੇ ਐਸੀ ਜਿਹੜੀ ਚੋਟ ਮਾਰੀ, ਉਹਨੂੰ ਘਰ ਘਰਿਸਤ ਛੱਡ ਕੇ ਚਲੇ ਜਾਣਾ ਪਿਆ, ਭਿਖਾਰੀ ਬਣ ਗਿਆ ਜਾਂ ਸੰਨਿਆਸੀ ਬਣ ਗਿਆ ਜਾਂ ਕੁਛ ਬਣ ਗਿਆ। ਇਹ ਵਜ੍ਹਾ ਹੁੰਦੀ ਹੈ। ਇਸ ਜਗਤ ਵਿੱਚ ਹੀ ਸਾਨੂੰ ਕਿਤੇ ਨਾ ਕਿਤੇ ਠੋਕਰ, ਕਈ ਬਹੁਤ ਸਾਰੇ ਠੋਕਰ ਨਾਲ ਜਿਹੜੇ ਨੇ ਠੁਕਰਾਏ ਗਏ ਨੇ, ਜਿਹੜੇ ਨੇ ਨਾ ਉਹ ਠਾਕਰ ਦੇ ਚਰਨਾਂ ਚ ਆਏ ਪਏ ਨੇ ਬਹੁਤ ਸਾਰੇ। ऐसा सिलसिला है ठोकर की वजह ना। हाँ जी, जो इंसान कारण को मिलकर एक जज्बे में मस्त रहते हैं, वो तो पूर्ण जगह पा लेते हैं। हाँ, कोई कारण की बनया, कैसा सिलसिला है, उन्होंने मन में पूरी इच्छा बन गई कि नहीं, बस ए त्याग ही देना चाहिए, बस इत्थे नहीं रहना चाहिए, इस तरह नहीं करना चाहिए। वो ईश्वर की प्राप्ति कर लेंदे ने। ये जगत चलाएमान है। पुरुष ने इस प्रकृति ਨੂੰ ਹੁਕਮ ਦਿੱਤਾ ਹੋਇਆ, ਤੂੰ ਥਲ ਪਥਲ ਕਰਿਆ ਕਰ, ਕਦੀ ਹਨੇਰੀ ਚਲਾ ਦਿਆ ਕਰ, ਕਦੀ ਗਰਮੀ ਕਰਤੀ, ਕਦੀ ਠੰਡ ਕਰਤੀ, ਬਾਰਿਸ਼ ਕਰਤੀ, ਸੋਕਾ ਪਾ ਦਿੱਤਾ। ਕੈਸਾ ਸਿਲਸਿਲਾ ਹੈ। ਪ੍ਰਭੂ ਦੇ ਹੁਕਮ ਵਿੱਚ ਪ੍ਰਕਿਰਤੀ ਸਾਰੀ ਚਲਦੀ ਹੈ। ਤੂੰ ਇੱਥੋਂ ਤੰਗ ਆ ਕੇ ਇਨਸਾਨ ਜਿਹੜਾ ਹੈ ਨਾ, ਕਈ ਵਾਰੀ ਘਰ ਗ੍ਰਸਤ ਨੂੰ ਵੀ ਛੱਡ ਦਿੰਦਾ ਹੈ। ਕਈ ਵਾਰੀ ਸਭ, ਵੈਸੇ ਅਸੀਂ ਕੀ ਛੱਡਣਾ ਹੈ? ਅਸੀਂ ਮੋਹ ਛੱਡਣਾ, ਲਿਪਤੀ ਛੱਡਣੀ ਹੈ। ਜਿਹੜੀ ਮੈਨੂੰ ਸਰੀਰ ਨਾਲ ਲਿਪਤੀ ਹੈ ਨਾ, ਮੈਨੂੰ ਆਪਣੇ ਆਪ ਦਾ ਨਹੀਂ ਪਤਾ, ਮੈਂ ਸਰੀਰ ਬਣੀ ਬੈਠਾ, ਮੈਂ ਸਰੀਰ ਆ, ਸਰੀਰ ਆ, ਮੇਰੇ ਸਰੀਰ ਦਾ ਇਹ ਨਾਂ ਹੈ। ਤੇਰਾ ਨਾਂ ਕੀ ਹੈ? ਸਰੀਰ ਦਾ ਨਾਂ ਦੱਸਦਾ ਪਿਆ। ਕਿੱਥੇ ਰਹਿੰਦੇ ਹੋ? ਰਹਿਸ਼ ਦੱਸਦਾ ਪਿਆ, ਜਿੱਥੇ ਮੇਰਾ ਸਰੀਰ ਸੌਂਦਾ ਬਹਿੰਦਾ ਪਿਆ। ਸਾਰਾ ਸਿਲਸਿਲਾ ਅਸਲ ਵਿੱਚ ਅੰਦਰ ਕੀ ਹੈ? ਆਤਮਾ, ਪਰਮਾਤਮਾ, ਇਹ ਸਾਰਿਆਂ ਵਿੱਚ ਸਰਵ ਵਿਆਪਕ ਹੈ, ਸਭਨੀ ਥਾਈਂ ਹੈ। ਇਹਦਾ ਘੱਟ, ਇਹਦਾ ਘਰ ਕਿਹੜਾ ਹੈ? ਸਾਡਾ ਮਨ ਹੈ। ਮਨਨ ਐਸਾ ਸਿਲਸਿਲਾ ਹੈ। ਮਨ ਤਨ ਧਨ ਨੂੰ ਸੰਭਾਲਣ ਵਾਲੀ ਸ਼ਕਤੀ ਹੈ। ये बड़ी महान हस्ती है, ऐसा समझना चाहिए। कारण क्या है? कारण गुरु महात्मा साधु है, जिसके मिलाप से जज्बा बनता है और जज्बे से प्रेम तक पहुंचा जाता है। हाँ, कारण नाल ना साडे एक जेड़ा मन विच स्थिरता पैदा हो जाता है, एक जज्बा ऐसा। जज्बा, मैंने खुशी नाल ऐसा ख्याल, ए करना है, करना है, करना है, इस तरह ही करना है, इनू जज्बा कहंदे ने। अच्छा विचार, अच्छे
ਪਰਮਾਰਥਮਈ ਕਾਰਜ ਕਰਨ ਦਾ, ਕਰਮ ਕਰਨ ਦਾ ਜਿਹੜਾ ਨਾ ਪੈਦਾ ਹੁੰਦਾ ਹੈ, ਤੇ ਉਹ ਹੋ ਕੇ ਰਹਿੰਦਾ ਹੈ ਫਿਰ। ਹਾਂਜੀ। अगर कोई इंसान कारण से प्यार करे तो कुछ बात और बन जाती है। कारण से प्यार उसका हुक्म मानना है, उसके शरीर के साथ प्यार नहीं करना चाहिए। अंकल यहाँ कारण ये कह रहे हैं कि जिसकी वजह से हम भगवान के रास्ते पे चलते हैं उनको कारण मान रहे हैं ना यहाँ पे शायद ये। हाँ जी, हाँ जी। गुरुदेव को कारण मान रहे हैं ना, कि उनके कारण, मतलब पहले तो किसी के साथ ਇਹਨੂੰ हमें ਵਿਦ जैसे ਕਹੀਏ, ਵਿਦ ਵਿਦਾਤਾ ਦੀ ਵਿਦ ਬਣਦੀ ਹੈ ਐਸਾ। ਵਿਦਾਤਾ ਦੀ ਇਹਨੂੰ ਸਤ ਸੰਗ ਕਹਿ ਲਈਏ। ਸਾਰਾ ਛੱਡ ਕੇ ਸਤ ਸੰਗ, ਗੁਰੂ ਵੀ ਆ ਗਏ ਵਿੱਚ, ਗੁਰੂ ਸੰਗਤ ਵੀ ਆ ਗਈ, ਗੁਰੂ ਪ੍ਰਭੂ ਵੀ ਆ ਗਏ ਹੈ, ਆਤਮਾ परमात्मा भी सारियां आ गई। हाँ जी, गुरु संगत। अगर कोई इंसान कारण से प्यार करे तो कुछ बात और बन जाती है। कारण से प्यार उसका हुक्म मानना है, उसके शरीर के साथ प्यार नहीं करना चाहिए। हाँ, कारण ਦਾ ਜਿਹੜਾ ਨਾ ਉਹ ਹੁਕਮ ਮੰਨਣਾ। ਅਸਲ ਵਿੱਚ ਸਾਡੇ ਗੁਰੂ ਜੀ ਵੀ ਕੌਣ ਨੇ? ਅਸੀਂ ਸਰੀਰ ਤੇ ਰੁਕ ਜਾਂਦੇ ਆ। ਸਰੀਰ ਦੀ ਸਰਗੁਣ ਦੀ ਪੂਜਾ ਕਰਨੀ ਚਾਹੀਦੀ ਹੈ, ਸੇਵਾ ਕਰਨੀ ਚਾਹੀਦੀ ਹੈ, ਅੱਗੇ ਲੱਗਣਾ ਚਾਹੀਦਾ ਹੈ। ਲੇਕਿਨ ਅਸਲ ਜਿਹੜਾ ਨਾ ਗੁਰੂ ਜੀ ਦਾ ਗੁਰ ਹੈ ਨਾ, ਜਿਹੜਾ ਗੁਰ ਹੁਕਮ ਹੈ, ਜਿਹੜੀ ਨਿੱਕੀ ਜਿਹੀ ਸਿੱਖਿਆ ਹੈ ਕਿ ਰਜ਼ਾ ਚ ਰਾਜ਼ੀ ਰਹੋ। ਸਾਰੇ ਗੁਰੂਆਂ ਦੀ, ਸੰਤਾਂ ਦੀ, ਮਹਾਤਮਾਵਾਂ ਦੀ, ਗ੍ਰੰਥਾਂ ਦੀ ਇਹ ਰਜ਼ਾ ਚ ਰਾਜ਼ੀ ਰਹੀਏ। अर्थ जो हो गया अच्छा, जो हो रहा अच्छा, जो होएगा वो भी अच्छा, क्योंकि करता पुरख ते भगवान है, वो करदा पिया। और जगत विच साडे परिवारां विच बाप बड़ा अच्छा नेक होवे ते सारियां दे भले दे कारण करदा है। उस वेले शायद असीं समझदे आ, नहीं देखो जी मैनूं इन्हां ने इह काम देता, उहनूं ओह देता, मैनूं इधर लाता, मैनूं पढ़न नहीं दिता, मैनूं इह नहीं कीता, ओह नहीं कीता, कैसा सिलसिला रिजल्ट निकलदा फिर पता लगदा है। इसे तरह परम पिता परमेश्वर भी ਸਾਡੇ ਲਈ, ਸਾਡੇ ਵਾਸਤੇ, ਸਾਡੇ ਕੋਲੋਂ ਚੰਗੇ ਚੰਗੇ ਕੰਮ ਕਰਾਉਂਦਾ ਹੈ। ਇਨਸਾਨੀ ਜਾਮਾ ਹੀ ਐਸਾ ਹੈ। ਇਹ ਦੇਵੀਆਂ ਦੇਵਤੇ ਵੀ ਤਰਸਦੇ ਨੇ ਇਨਸਾਨ ਦਾ ਜਨਮ ਪਾਉਣ ਨੂੰ, ਔਰ ਇਹ ਮਾਤ ਲੋਕ ਵਿੱਚ ਆਉਣ ਨੂੰ, ਮਾਤ ਲੋਕ ਵਿੱਚ ਹਰੀ ਦੀ ਲੀਲਾ ਦੇਖਣ ਨੂੰ। ਜਿੰਨੀ ਵੀ ਲੀਲਾ ਹੋਈ ਹੈ ਭਗਵਾਨ ਦੀ, ਜਿੰਨੇ ਵੀ ਅਵਤਾਰ ਹੋਏ ਨੇ, ਗੁਰੂ ਸੰਤ ਰਿਸ਼ੀ ਹੋਏ ਨੇ, ਉਹ ਸਾਰੇ ਮਾਤ ਲੋਕ ਵਿੱਚ ਆਏ ਨੇ। ਮਾਤ ਲੋਕ ਵਿੱਚ ਲੀਲਾ ਕਰ ਕਰਕੇ ਉਹਨਾਂ ਆਪਣੀ ਕਰਨੀ ਕਰ ਕਰਕੇ ਸਾਨੂੰ ਫੇਰ ਕਰਨੀ ਤੇ ਲਾਇਆ ਹੈ। ਪਹਿਲੇ ਪ੍ਰਭੂ ਗੁਰੂ ਜੀ ਕਰਦਾ ਹੈ, ਫੇਰ ਕਰਵਾਉਂਦਾ ਹੈ ਸਾਨੂੰ। ਪਹਿਲੇ ਕਰਕੇ ਦਿਖਾਉਂਦਾ ਹੈ, ਰਿਜ਼ਲਟ ਦਿਖਾਉਂਦਾ ਹੈ, ਫੇਰ ਸਾਡੇ ਕੋਲ ਕਰਵਾਉਂਦਾ ਹੈ। ਕਿਉਂਕਿ ਅਸੀਂ ਵੀ ਬੜੇ ਜ਼ਿੱਦੀ ਆ, ਅਸੀਂ ਵੀ ਆਕੇ ਨਹੀਂ ਲੱਗਦੇ, ਨਹੀਂ ਜੀ ਇਹ ਹੋ ਨਹੀਂ ਸਕਦਾ ਕੈਸਾ। ਭਗਵਾਨ ਕਹਿੰਦਾ ਲੈ, ਗੁਰੂ ਕਹਿੰਦਾ ਮੈਂ ਕਰਕੇ ਦਿਖਾਣਾ। ਇਹ ਦੇਖ ਭਾਈ ਪੁੱਤਰ, ਬੜੇ ਧਿਆਨ ਨਾਲ ਦੇਖ, ਮੇਰੇ ਨਾਲ ਰਹੋ, ਮੇਰੀ ਉਂਗਲੀ ਫੜ ਕੇ ਰਹੋ, ਮੈਂ ਤੈਨੂੰ ਦਿਖਾਣਾ ਵਾ ਕਿਸ ਤਰ੍ਹਾਂ ਹੈ। ਤੇ ਉਹ ਕਰਕੇ ਦਿਖਾਉਂਦਾ ਤੇ ਬੜਾ ਅੱਛਾ ਰਿਜ਼ਲਟ ਨਿਕਲਦਾ ਹੈ। ਫੇਰ ਅਸੀਂ ਲੱਗਦੇ ਹਾਂ, ਕਿਉਂਕਿ ਅਸੀਂ ਇਨਸਾਨ ਵੀ ਜਿਹੜਾ ਨਾ ਇਹ ਸਮਝਦਾ, ਅਸੀਂ ਸਮਝਦੇ ਹਾਂ ਭਗਵਾਨ ਨਾਲੋਂ ਅਸੀਂ ਘੱਟ ਨਹੀਂ ਹੈ, ਅਸੀਂ ਭਗਵਾਨ ਨਾਲੋਂ ਘੱਟ ਨਹੀਂ, ਅਸੀਂ ਭਗਵਾਨ ਨਾਲੋਂ 4 ਰਤੀਆਂ ਵੱਧ ਹੀ ਹੈਗੇ ਆ, ਤੇ ਵੱਧ ਕੋਈ ਹੈਗੇ ਨਹੀਂ। ਇਹ ਆਪਣੇ ਆਪ ਨੂੰ ਜਾਣ ਲੈਣਾ ਕਿ ਇੱਕ ਪਰਮਾਤਮਾ ਹੀ ਆਤਮ ਰੂਪ ਹੋ ਕੇ ਸਾਡੇ ਚ ਸਾਰਿਆਂ ਚ ਸਮਾਇਆ ਹੋਇਆ, ਕੀੜੇ ਮਕੌੜੇ ਵਿੱਚ, ਭੋਗ ਯੂਨੀਆਂ, ਕਰਮ ਯੂਨੀਆਂ ਵਿੱਚ। ਇਹ ਮਜ਼ੇਦਾਰ ਜੀਵਨ ਹੈ। ਇੱਥੇ ਫਿਰ ਡਰ ਨਹੀਂ ਲੱਗਦਾ, ਇੱਥੇ ਫਿਰ ਸੱਪ ਵੀ ਮੈਨੂੰ ਨਹੀਂ ਡਸਦਾ, ਇੱਥੇ ਫਿਰ ਚੂਹਾ ਵੀ ਮੈਨੂੰ ਡੰਗ ਨਹੀਂ ਮਾਰਦਾ, ਇੱਥੇ ਮੈਨੂੰ ਕੋਈ ਗੱਲ ਜਿਹੜੀ ਹੈ ਨਾ ਕੋਈ ਬੜੀ ਬੇਅਦਬੀ ਵਾਲੀ ਕਹਿੰਦਾ ਉਹ ਵੀ ਨਹੀਂ ਮਹਿਸੂਸ ਹੁੰਦੀ। ਮਾਣ ਅਪਮਾਨ ਵਾਲਾ ਮਿਲਦਾ ਮੈਨੂੰ, ਤੇ ਮੈਨੂੰ ਕਹੇ ਨਹੀਂ ਮੈਂ ਅਸਮਾਨ ਤੇ ਚੜ ਜਾਣਾ ਵਾ, ਆਕੜ ਕਾਂ ਹੋ ਜਾਣਾ, ਸਾਰਿਆਂ ਤੋਂ ਬਚਾਅ ਹੋ ਜਾਂਦਾ ਏ ਜਦੋਂ ਮਨ ਆਤਮਾ ਨਾਲ जोड़ी रखिए और ये आत्मा नु सारे परमात्म रूप मनिए, देखिए तो सारा मसला हल हो जाता। हाँ जी। कारण शरीर के साथ प्यार, कारण गुरु साधु के शरीर के साथ प्यार करने से प्रेमी के दिल में उस कारण के अनेक गुणों की बढ़ाई आ जाती है। हाँ, जिस कारण शरीर भी जड़ा ना ਉਹਦੇ ਜਿਹੜੇ ਗੁਣ ਹੁੰਦੇ ਨੇ ਨਾ, ਉਹ ਫਿਰ ਅਸੀਂ ਧਾਰਨ ਕਰ ਲੈਨੇ ਆ, ਲੈ ਲੈਨੇ ਆ। ਸਾਨੂੰ ਚਾਹੀਦਾ ਵੀ ਇਹੀ ਏ। ਪਰਿਓ ਪਾਵਨ ਠੌਰ में कंचन तज न कोय, उत्तम विद्या लीजिए यद्यपि नीच पे होए। बड़ा क्रोधी होवे ਤੇ ਉਹਦੇ ਕੋਲ ਵੀ ਬੜਾ ਅੱਛਾ ਕੋਈ ਗੁਣ ਹੋਵੇ ਨਾ, ਉਹ ਵੀ ਸਾਨੂੰ ਲੈ ਲੈਣਾ ਚਾਹੀਦਾ ਹੈ। ਕਿਉਂਕਿ ਸੋਨਾ ਚਾਂਦੀ, ਕੋਈ ਹੀਰੇ ਜਵਾਹਰਾਤ ਗੰਦ ਦੇ ਵਿੱਚ ਵੀ ਪਏ ਹੋਣ, ਮਲ ਮੂਤਰ ਵਿੱਚ ਵੀ, ਤੇ ਸਾਨੂੰ ਪਤਾ ਹੋਵੇ ਸੱਚਮੁੱਚ ਬਿਲਕੁਲ ਠੀਕ ਹੈ, ਦਿਸਦੇ ਵੀ ਹੋਣ, ਤੇ ਉਸ ਨੂੰ ਲੈ ਲੈਨੇ ਆ, ਧੋ ਲੈਨੇ ਆ, ਕਰ ਲੈਨੇ ਆ, ਵਰਤ ਲੈਨੇ ਆ, ਸੰਭਾਲ ਲੈਨੇ ਆ। ਉੱਤਮ ਵਿਦਿਆ ਲੀਜੀਏ ਯद्यपि नीच पे होए, नीच ਕੋਲ ਵੀ ਹੋਵੇ ਨਾ ਉੱਤਮ ਵਿਦਿਆ, ਉਹ ਵੀ ਲੈ ਲੈਣੀ ਚਾਹੀਦੀ ਹੈ। उत्तम विद्या लीजिए यद्यपि नीच पे होए,
मैं देखा ना कैसा सिलसिला है, क्योंकि परे पावन कौर में गंदी जगह पिया होया सोना चांदी हीरे जवाहरात, वो कोई नहीं तजदा छड्डदा नहीं। इस तरह सानू भी ऐसा करना चाहिए। हाँ जी। अनेक गुणों की देखभाल हो जाती है, वो एक जज्बा जो प्रेम को देख रहा था अनेक जज्बों में तकसीम हो जाता है। जज्बा मैंने वो धार्मिक भाव, वो अच्छा भाव, परमार्थक भाव, सरबत दे भले वाला भाव जिहड़ा है ना, वो जदों ये पता लगदा ना इस तरह हो गया, ते वो फिर सारे पासे वरत्या जांदा है, ਉਹਨੂੰ ਖਰਚਿਆ ਜਾਂਦਾ ਹੈ, ਹੰਡਾਇਆ ਜਾਂਦਾ ਹੈ, ਆਪ ਵਰਤੀਦਾ, ਮਨਨ ਕਰੀਦਾ, ਦੂਸਰਿਆਂ ਕੋਲੋਂ ਵੀ ਐਸਾ ਤਰੀਕਾ ਹੁੰਦਾ ਹੈ, ਕੋਈ ਜ਼ੋਰ ਅਜ਼ਮਾਈ ਨਾਲ ਨਹੀਂ, ਸਹਿਜ ਸੁਭਾਅ, ਉਹ ਵੀ ਮਸਤੀ ਚ ਉਹ ਕਰਨ ਲੱਗ ਜਾਂਦੇ ਨੇ। ਹਾਂਜੀ, ਤਰਨ ਲੱਗ ਜਾਂਦੇ ਨੇ। आप तरिया होया सारिਆਂ ਨੂੰ ਤਾਰ ਸਕਦਾ है। हाँ जी। वो एक जज्बा जो प्रेम को देख रहा था अनेक जज्बों में तकसीम हो जाता है। जब एक जज्बा अनेक जज्बों में तकसीम हो जाता है तो फिर प्रीतम को देखने वाले से प्रेम अलोप है। तो जब अखीरला एक हाँ जज्बा अनेक हम्म जज्बों में तकसीम हो जाता है तो फिर प्रीतम को देखने वाले से प्रेम अलोप है। हाँ देखा ना, प्रीतम ਨੂੰ ਦੇਖਣ ਵਾਲੇ ਦਾ ਜਿਹੜਾ ਨਾ ਪ੍ਰੇਮ ਪਰੇ ਹੋ ਗਿਆ, ਪ੍ਰੇਮੀ ਮਿਲ ਗਿਆ, ਜਿਸ ਵਜ੍ਹਾ ਕਰਕੇ ਸੀ ਸਾਰਾ ਜਿਹੜਾ ਕਾਰਨ ਸੀ, ਜਿਸ ਵਾਸਤੇ ਕੰਮ ਕੀਤਾ ਸੀ, ਉਹ ਅਸੀਂ ਉਸ ਮੰਜ਼ਿਲ ਤੇ ਪਹੁੰਚ ਗਏ ਤੇ ਰਸਤੇ ਨੂੰ ਭੁੱਲ ਜਾਵਾਂਗੇ ਸਾਰਾ, ਹੁਣ ਰਸਤੇ ਦੀ ਲੋੜ ਹੀ ਨਹੀਂ। ਇਹ ਗੱਲ। ਹਾਂਜੀ। हाँ जी, एक बार दोबारा पढ़ देती हूँ, आज इतना ही पढ़ेंगे। प्रेम निष्कलंक शक्ति है जो एक जज्बे से पाई जाती है। जज्बा किसी कारण से होता है, कारण किसी कर्म से मिलता है। जो इंसान कारण को मिलकर एक जज्बे में मस्त रहते हैं वो तो पूर्ण जगह को पा लेते हैं। हाँ, जिन्हों अपनी मंजिल का पता कि कितने पहुंचना है, की करना है, कैसा सिलसिला है, मंजिल का ध्यान रखते ने, वो इस जज्बे की प्राप्ति कर लेंदे ने, सारा रास्ता पार करके मंजिल ते पहुंच जाते ने। हाँ जी। कारण क्या है? कारण गुरु महात्मा साधु है जिनके मिलाप से जज्बा बनता है और जज्बे से प्रेम तक पहुंचा जाता है। अगर कोई इंसान कारण से प्यार करे तो कुछ बात और बन जाती है। कारण से प्यार उसका हुक्म मानना है, उसके शरीर के साथ प्यार करना नहीं है। हाँ, ਅਸੀਂ ਜਿਹੜਾ ਨਾ ਸੰਤਾਂ ਮਹਾਤਮਾਵਾਂ ਦੇ ਗੁਰੂਆਂ ਦੇ ਸ਼ਰੀਰਾਂ ਨਾਲ ਜੁੜ ਜਾਂਦੇ ਆ, ਲੇਕਿਨ ਉਹ ਇਹ ਨਹੀਂ ਕਿ ਉੱਥੇ ਅਸੀਂ ਕਿਉਂ ਜੁੜ ਗਏ, ਕਿਉਂਕਿ ਆਪਣੇ ਆਪ ਨੂੰ ਅਸੀਂ ਸ਼ਰੀਰ ਮੰਨਿਆ ਏ। ਪਹਿਲਾਂ ਆਪੇ ਦੀ ਪਹਿਚਾਨ ਹੋਣੀ, ਆਪੇ ਦੀ ਹੋ ਜਾਏ ਪਹਿਚਾਨ ਤੇ ਸਿਆਪਾ ਖਤਮ ਹੋ ਜਾਂਦਾ ਹੈ, ਮੁਸੀਬਤਾਂ ਸਾਰੀਆਂ ਖਤਮ ਹੋ ਜਾਂਦੀਆਂ ਨੇ ਕਿ ਮੈਂ ਕੌਣ ਆ, ਮੈਂ ਜੀਵਨ ਜੋਤੀ ਆ, ਸ਼ਰੀਰ ਨਹੀਂ ਆ। ਸਰੀਰ ਤੇ ਕਈ ਵਾਰ ਮਿਲਿਆ ਤੇ ਕਈ ਵਾਰ ਟੁੱਟਿਆ ਏ, ਮ੍ਰਿਤਿੂ ਜਨਮ ਮ੍ਰਿਤਿੂ ਹੁੰਦੀ ਰਹੀ ਏ। ਮੈਂ ਅਸਲ ਵਿੱਚ ਇਹ ਸਰੀਰ ਨੂੰ ਸੰਭਾਲਣ ਵਾਲੀ ਹਸਤੀ ਆ, ਸ਼ਕਤੀ ਆ, ਆਤਮਾ ਵਾਂ, ਬਲਕਿ ਪਰਮਾਤਮਾ ਵਾਂ। ਇੱਕ ਪਰਮਾਤਮਾ ਹੀ ਸਾਰਿਆਂ ਵਿੱਚ ਆਤਮ ਰੂਪ ਹੋ ਕੇ ਸਮਾਇਆ ਹੋਇਆ। ਸਭੇ ਘਟ ਰਾਮ ਬੋਲੇ ਰਾਮਾ ਬੋਲੇ, ਦੱਸ ਕਾ ਭਾਈ ਰਾਮ ਤੋਂ ਬਿਨਾ ਕੋਈ ਬੋਲਦਾ ਏ, ਰਾਮ ਤੋਂ ਬਿਨਾ ਤੇ ਸਭ ਕੁਝ ਓਲੇ ਹੈ, ਮਾਇਆ ਦਾ ਪਰਦਾ ਪਿਆ ਹੋਇਆ ਏ। ਇਸ ਵਾਸਤੇ ਪਹਿਲਾਂ ਆਪੇ ਦੀ ਪਹਿਚਾਨ, ਮੈਂ ਕੌਣ ਆ, ਕੀ ਆ, ਆਤਮਾ ਜੀਵਨ ਜੋਤੀ ਆ, ਮੈਂ ਸਰੀਰ ਨਹੀਂ ਆ। ਇਹ ਮੈਨੂੰ ਤੇ ਕਈ ਸਰੀਰ ਮਿਲੇ ਨੇ, ਕਈਆਂ ਸਰੀਰਾਂ ਦੀ ਸੰਭਾਲ ਕੀਤੀ ਹੈ, ਲੈਣ ਦੇਣ ਕੀਤਾ ਹੈ, ਆਉਣ ਜਾਣ ਕੀਤਾ ਹੈ, ਕੈਸਾ ਸਿਲਸਿਲਾ ਹੈ। ਇਹ ਸਰੀਰ ਨੂੰ ਸੰਭਾਲਣ ਵਾਲੀ ਸ਼ਕਤੀ ਆਤਮਾ ਪਰਮਾਤਮਾ ਇਹ ਆ ਅਸੀਂ ਸਾਰੇ, ਬਲਕਿ ਆਤਮਾ ਤੋਂ ਵੀ ਉੱਤੇ ਉੱਠ ਕੇ ਪਰਮਾਤਮਾ ਹੀ ਹੈ, ਪਰਮਾਤਮਾ ਹੀ ਆਤਮ ਰੂਪ ਹੋ ਕੇ ਸਾਰੇ ਸਮਾਇਆ ਹੋਇਆ ਹੈ। ਇਹ ਮਨਨ ਕਰਨਾ, ਇਹ ਅਭਿਆਸ ਜਿਸ ਵੇਲੇ ਹੋਣਾ, ਫਿਰ ਕੁੱਤੇ ਬਿੱਲੇ ਵਿੱਚ ਵੀ, ਸੱਪ ਸਲੂੰਗੇ ਵਿੱਚ ਵੀ, ਕੀੜੇ ਮਕੌੜੇ ਵਿੱਚ ਵੀ, ਸਾਰਿਆਂ ਵਿੱਚ ਆਤਮਾ ਨਜ਼ਰ ਆਏਗੀ। ਇਹੀ ਵਜ੍ਹਾ ਹੈ ਕਿ ਕਈ ਤੁਰਨ ਵਾਲੇ, ਚੱਲਣ ਵਾਲੇ ਜਿਹੜੇ ਨੇ ਨਾ, ਪੈਰ ਵੀ ਸੋਚ ਸਮਝ ਕੇ ਰੱਖਦੇ ਨੇ, ਕੋਈ ਕੀੜਾ ਮਕੌੜਾ ਨਾ ਪੈਰ ਥੱਲੇ ਆ ਜਾਏ, ਕੋਈ ਕੈਸਾ। ਸਾਰੀ ਪੁਰਸ਼ ਦੀ ਪ੍ਰਕਿਰਤੀ ਹੈ, ਸਾਰਿਆਂ 'ਚ ਜੀਵਨ ਜੋਤੀ ਹੈ, ਇਹ ਸਾਰੇ ਇੱਕ ਮਿਕ ਹੀ ਹੈ, ਆਪਣਾ ਆਪਣਾ ਤਰੀਕਾ ਹੈ। ਸਰਵ ਵਿਆਪਕ ਹਰੀ ਨੂੰ ਮੰਨਣਾ, ਤਿੰਨ ਗੱਲਾਂ, ਹਰੀ ਇੱਕ ਦੂਸਰਾ ਹੈ ਹੀ ਕੋਈ ਨਹੀਂ, ਬਸ ਗੱਲ ਖਤਮ ਹੋ ਗਈ। ਮੈਂ ਦੂਸਰਾ ਬਣਦਾ ਵਾਂ, ਆਪਣੇ ਆਪ ਨੂੰ ਦੂਸਰਾ ਬਣਾ ਲੈਣਾ ਵਾ, ਮੈਂ ਭਗਤ ਆ ਭਗਵਾਨ ਦਾ। ਦੇਖਿਆ ਰਾਵਣ ਕਹਿੰਦਾ ਮੈਂ ਤੇ ਸਭ ਤੋਂ ਵੱਡਾ ਭਗਤ ਆ ਵਿਸ਼ਨੂੰ ਭਗਵਾਨ ਦਾ,
विष्णु भगवान जी मेरा बचाव करनगे। देखो मैं तुहाडा सब तो वड्डा भगत, हंकार आ गया ना, हंकारिया सो मारिया, विश्वास ने प्यार ने सहजे तारिया सानू। प्रेम तो वड्डी कोई शक्ति नहीं है, कोई हस्ती नहीं है, और हंकार तो वड्डा कोई जेड़ा ना ये कोई पाप नहीं है कैसा से। इस वास्ते सारे तो बचन वास्ते हर में हरि ध्याइए, हर में हरि पाइए, हर में हरि देखिए। एक परमात्मा सर्वव्यापी इनू आत्मा कहंदे ने। ये आत्मा ही परमात्मा है, परमात्मा ही आत्म रूप होके सारा समाया होया है। हाँ जी, और आजा। हाँ जी आशु जी आगे। कारण गुरु साधु के शरीर के साथ प्यार करने से प्रेमी के दिल में उस कारण के अनेक गुणों की बढ़ाई आ जाती है, अनेक गुणों की देखभाल हो जाती है। जो एक जज्बा जो प्रेम को देख रहा था, वो एक जज्बा जो प्रेम को देख रहा था, अनेक जज्बों में तकसीम हो जाता है। जब एक जज्बा अनेक जज्बों में तकसीम हो जाता है तो फिर प्रीतम को देखने वाले से प्रेम अलोप हो जाता है। हरिओम तत्सत। हरिओम तत्सत। देखिया ना, फिर प्रेमी ही प्रेमी रह जा। जिस ਵੇਲੇ मंजिल मिल गई सानू, फिर रस्ते ਨੂੰ ਅਸੀਂ ਭੁੱਲ ਜਾਂਦੇ ਆ है। फिर मंजिल ही मंजिल याद रह जाती है, जिथे पहुंच गए हैं, ठिकाना मिल गया है, टिक गए हैं। ये मन दा मनन है, हरि मनन, हरि मनन। हरि एक अव्यक्त और सर्वव्यापक के सबनी ताई है, जारा जूर है, हाजरा जूर है, सर्व कला भरपूर है। जिन्हें मन लिया ਉਹਦੀ ਮੰਜ਼ਿਲ ਕੋਈ ਨਹੀਂ ਦੂਰ, ਉਹ ਤੇ ਮੰਜ਼ਿਲ ਤੇ ਬੈਠਾ ਹੋਇਆ, ਉਹਦੇ ਮਨ ਦਾ ਜਵਾਲ ਹੋ ਗਿਆ। ਮਨ ਕਿਸ ਵਾਸਤੇ ਸਾਨੂੰ ਮਿਲਿਆ ਏ? ਮਨ ਬੁੱਧ ਚਿੱਤ ਹਮ ਭਾਵ, ਮਨ मनन ਕਰਨ ਵਾਸਤੇ। ਹਰੀ मनन ਕਰਨਾ, ਹਰੀ ਤੋਂ ਇਲਾਵਾ ਹੋਰ ਕੁਝ ਨਹੀਂ मनन ਕਰਨਾ। ਬੁੱਧ ਬੁੱਧੀ ਨੇ ਫੈਸਲਾ ਕਰਨਾ ਹੈ ਗਲਤ ਠੀਕ ਦਾ। ਚਿੱਤ ਚਿਤਵਨ ਕਰਦੇ ਰਹਿਣਾ, ਹਰ ਵੇਲੇ ਹਰ ਘੜੀ ਚੇਤਾ ਰੱਖਣਾ ਹੈ। ਔਰ ਅਹਮ ਭਾਵ, ਇਹ ਹੰਕਾਰ ਨਹੀਂ, ਅਹਮ ਭਾਵ ਮੈਂ। ਇਹ ਆਤਮਾ ਜਿਹੜੀ ਹੈ ਨਾ, ਮੇਰੀ ਆਤਮਾ ਹੀ ਸਾਰਿਆਂ ਚ ਆਤਮਾ ਹੈ। यही परमात्मा ही सारे चातम रूप होके समाया है। सबे का राम बोले, रामा बोले, दस का भाई राम बिना को बोले। हाँ जी, हाँ जी, आज इतना ही हाँ करेंगे। जी हाँ जी, मेरे को, मैं 1 मिनट इसका थोड़ा सा ठीक हाँ बोल रही जी, हूँ हाँ कि जी। गलत ही है, मेरे को बताना। मेरे को लगता है कि मतलब महाराज जी ने यही बताया हुआ है कि गुरु गुरु को नहीं मानना है, गुरु की माननी है। गुरु की माननी मतलब जब हम गुरु को, जहाँ कृष्ण को, जहाँ भगवान को, किसी को भी साकार रूप में देखने का मतलब है, उसकी भक्ति करने का मतलब है कि उनके गुणों को अपने शरीर में धारण करेंगे। और जब उनके गुरु के शरीरों को, गुणों को धारण करेंगे, तो फिर वो हमें जो है मतलब लौकिक प्रेम, और जो वो प्रेम हो जाएगा तो वही जो है प्रेम पूरा अनंत में ही हम समा गए, अनंत ही हो गए, ये कह सकते हैं। मतलब प्रेम ऐसा हो जाएगा कि फिर अलग दो रहे ही नहीं, दो तीन कुछ भी नहीं रहे, एक ही हो गए, एक रूप में ही पहुंच गए। प्रेम अलोप है, प्रीतम को देखने वाले से प्रेम अलोप है, इसका यही आ जाएगा ना अर्थ। और जो है जज्बा कि गुरु गुरु हमें मिलते इसीलिए हैं कि तू आ, किसी भी ढंग से कहीं से भी धक्का भी लगता है, वो भी अलग से हम कारण समझ सकते हैं। हाँ सही बात है, कई लोग जगत से जो हैं कहीं ना कहीं से चोट मिलती है तो वो भी वैराग्य की तरफ चले जाते हैं, भाग जाते हैं। कई लोग प्रेम से वैराग्य की तरफ चले जाते हैं, कई पूरे संतुष्ट हो जाते हैं, उसके बाद वो प्रभु की तरफ जुड़ जाते हैं। तो गुरु ही कारण, बाद में तो फिर भी आगे कारण तो हमें यही गुरु ही मिलते हैं ना, गुरु ही हमें जोड़ते हैं कहीं ना कहीं। और ये ही बताया गया है यहाँ पे कि गुरु से जुड़ने का मतलब है कि गुरु के गुणों को धारण करें। गुरु के शरीर के साथ नहीं जुड़ना है, शरीर ने उनके शरीर के गुणों को धारण करना है और उसके बाद अंदर से एक होना है, तो तभी हम जो है अनंत का हिस्सा बन सकते हैं। हाँ जी सुनिए सुनिए जरा। प्रीतम, प्रेमी और प्रेम, ये तीन चीजें हैं। प्रीतम, प्रेमी और जी प्रेम, ये सब जब एक हो जाते हैं, इकमिक, तिना शब्दां तो परे हो गए। ए असल प्रेम है, परम एम है। परमेश्वर ही साडा एम है। परमेश्वर एक है, अव्यक्त है, सर्वव्यापक है, सबनी ताई है, जारा जूर है, हाजरा जूर है, सर्व कला भरपूर है। जेड़ा मन लवे ओदा ते अपना आपा हो गया है।
ਤੇ ਜਿਹਨੇ ਨਹੀਂ ਮੰਨਿਆ ਉਹਦੇ ਵਾਸਤੇ ਸਿਆਪਾ ਪੈ ਗਿਆ, ਉਹਦੇ ਵਾਸਤੇ ਮੁਸੀਬਤ ਪੈ ਗਈ। ਉਹ ਲੱਭਦਾ ਫਿਰਦਾ ਕਈ ਸਾਲ ਹੋ ਗਏ, ਕਈ ਜਨਮ ਹੋ ਗਏ, ਕਈ ਜਗ੍ਹਾ ਤੇ ਆਉਣਾ ਜਾਣਾ ਪਿਆ, ਜੰਗਲਾਂ ਚ ਮੰਦਰਾਂ ਚ। ਕੈਸਾ ਸਿਲਸਿਲਾ ਹੈ। ਸੋ ਇਸ ਵਾਸਤੇ ਨਾ ਈਸ਼ਵਰ ਇੱਕ ਅਵਿਅਕਤ ਔਰ ਸਰਵ ਵਿਆਪਕ ਹੈ, ਸਭਨੀ ਤਾਈ ਹੈ, ਜ਼ਾਰਾ ਜ਼ੂਰ ਹੈ, ਹਾਜ਼ਰਾ ਜ਼ੂਰ ਹੈ, ਸਰਵ ਕਲਾ ਭਰਪੂਰ ਹੈ। ਮੰਨ ਲਵਾਂ ਮੈਂ ਤੇ ਮੇਰਾ ਆਪਣਾ ਆਪਾ ਏ। ਆਪੇ ਦੀ ਪਹਿਚਾਣ ਜਿਹਨੂੰ ਹੁੰਦੀ ਹੈ ਨਾ, ਸਤਿਗੁਰੂ ਜੀ ਉਹਨੂੰ ਗਿਆਨ ਦਿੰਦੇ ਨੇ, ਜਿਹੜਾ ਆਪਣੇ ਆਪ ਨੂੰ ਜਾਣ ਲੈਂਦਾ ਹੈ। ਜਿਹੜਾ ਸਰੀਰ ਤੇ ਹੀ ਬੈਠਾ ਹੋਇਆ ਹੈ, ਸਰੀਰ ਹੀ ਦੇਖਦਾ ਪਿਆ ਆਪਣੇ ਆਪ ਨੂੰ, ਚਲੋ ਆਪਣੇ ਆਪ ਨੂੰ ਵੀ ਦੇਖਦਾ, ਗੁਰੂ ਨੂੰ ਵੀ ਸਰੀਰ ਮੰਨਦਾ ਹੈ। ਸਰੀਰਾਂ ਤੋਂ ਉੱਠ ਕੇ ਪਹਿਲਾਂ ਆਪੇ ਦੀ ਪਹਿਚਾਣ ਗੁਰੂ ਜੀ ਦਿੰਦੇ ਨੇ। ਤੂੰ ਕੌਣ ਹੈ, ਕੀ ਹੈ, ਕਿਸ ਵਾਸਤੇ ਇਨਸਾਨੀ ਜਨਮ ਤੈਨੂੰ ਮਿਲਿਆ ਏ। ਪਸ਼ੂ ਪੰਛੀ ਪਰਿੰਦੇ ਕੀੜੇ ਮਕੌੜੇ ਦਾ ਜਨਮ ਕਿਉਂ ਨਹੀਂ ਮਿਲਿਆ? ਸ਼ਾਇਦ ਕਈ ਵਾਰੀ ਮਿਲਿਆ ਵੀ ਹੋਵੇ, ਪਰ ਫਿਰ ਵੀ ਗੁਰੂ ਜੀ ਸਮਝਾਉਂਦੇ ਨੇ ਮਨੁੱਖ ਜਾਮਾ ਤੈਨੂੰ ਹੁਣ ਜਿਹੜਾ ਮਿਲਿਆ ਹੈ, ਹੁਣ ਕਿਸ ਵਾਸਤੇ ਮਿਲਿਆ ਹੈ? ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਗੋਬਿੰਦ ਦੀ ਹਰੀ ਦੀ ਪ੍ਰਾਪਤੀ ਵਾਸਤੇ। ਉਹ ਪ੍ਰਾਪਤ ਕੀ ਪ੍ਰਾਪਤੀ, ਸਾਨੂੰ ਪ੍ਰਾਪਤ ਹੀ ਉਹ ਅਸੀਂ ਜਾਣਨਾ ਹੈ, ਮੰਨਣਾ ਹੈ, ਅਮਲ ਕਮਾਣਾ ਹੈ ਇਸ ਗੱਲ ਤੇ ਕਿ ਵਾਕਿਆ ਹੀ ਅਸੀਂ ਆਤਮਾਵਾਂ, ਪਰਮਾਤਮਾਵਾਂ, ਜੀਵਨ ਜੋਤੀ ਹੈ। ਮੈਂ ਇਹ ਨਹੀਂ ਮੰਨਦਾ ਪਿਆ, ਅਸੀਂ ਇਹ ਨਹੀਂ ਮੰਨਦੇ ਪਏ ਮੈਂ ਪਾਪੀ ਹਾਂ, ਮੈਂ ਗੁਨਾਹਗਾਰ ਹਾਂ, ਮੈਂ ਕੈਸਾ ਸਿਲਸਿਲਾ ਹੈ। ਸ਼ਾਇਦ ਸੱਚਮੁੱਚ ਇਹ ਠੀਕ ਹੀ ਹੋਵੇ, ਪਾਪੀ ਵੀ ਹੋਵਾਂ, ਗੁਨਾਹਗਾਰ ਵੀ ਹੋਵਾਂ, ਸਭ ਕੁਝ। ਪਰ ਹੁਣ ਜਦ ਪਤਾ ਲੱਗ ਗਿਆ ਹੈ ਤੇ ਫਿਰ ਤੇ ਬਿਪਤਾ ਹਟ ਜਾਣੀ ਚਾਹੀਦੀ ਹੈ। ਫਿਰ ਤੇ ਹਰੀ ਦੇ ਚਰਨਾਂ ਵਿੱਚ ਲੱਗ ਜਾਣਾ ਚਾਹੀਦਾ। ਗੁਰ ਕੀ ਮੂਰਤ ਕਿੱਥੇ ਹੈ, ਮਨ ਮੇਂ ਧਿਆਨ, ਸਤਿਗੁਰੂ ਕੇ ਚਰਨ ਹਿਰਦੇ ਮੇਂ ਮਾਨ। ਐਸਾ ਮੰਨਣ ਨਾਲ ਫੌਰਨ ਉਸੇ ਵੇਲੇ ਮੰਨੇ ਪਾਵੇ ਮੋਖ ਦਵਾਰ, ਮੰਨਦਿਆਂ ਸਾਰ ਮੋਹ ਦਾ ਖਸ਼ੈ ਹੋ ਜਾਏਗਾ, ਮੋਕਸ਼ ਮਿਲ ਜਾਏਗਾ, ਮੁਕਤੀ ਮਿਲ ਜਾਏਗੀ, ਯੁਕਤੀ ਮਿਲ ਜਾਏਗੀ, ਮੁਕਤੀ ਮਿਲ ਜਾਏਗੀ। ਔਰ ਮੁਕਤੀ ਮਿਲ ਜਾਏ ਤੇ ਛੁਟਕਾਰਾ, ਮੁਕਤੀ ਨੂੰ ਕਹਿੰਦੇ ਨੇ ਛੁਟਕਾਰਾ ਹੈ। ਇਸ ਬੰਧਨ ਤੋਂ ਮੈਨੂੰ ਮੁਕਤੀ ਮਿਲ ਗਈ, ਛੁਟਕਾਰਾ ਮਿਲ ਗਿਆ, ਮਤਲਬ ਹੈ ਬੰਧਨ ਖੁੱਲ ਗਿਆ ਮੇਰਾ। ਸੋ ਇਹ ਬੰਧਨ ਮਾਇਆ ਦਾ ਹੀ ਪਿਆ ਹੋਇਆ ਹੈ। ਮਾਇਆ 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 ਤੋਂ ਸਭ ਨੂੰ ਪਰਮਾਇਆ। ਮਾਇਆ ਨੂੰ ਅਸੀਂ ਛੱਡ ਕੇ ਮਾਇਆਪਤੀ ਦੇ ਚਰਨਾਂ ਵਿੱਚ ਬਹਿਣਾ ਹੈ, ਮਾਇਆਪਤੀ ਦੀ ਗੋਦ ਵਿੱਚ ਬਹਿਣਾ ਹੈ। ਮਾਇਆਪਤੀ ਦੇ ਜਿਹੜੇ ਨੇ ਭਜਨ ਸ਼ਬਦ ਵਿਚਾਰਾਂ ਸੁਣ ਲੈਣੀਆਂ ਨੇ, ਸੁਣ ਛੱਡਣੀਆਂ ਨਹੀਂ, ਸੁਣ ਲੈਣੀਆਂ ਨੇ, ਕਮਾ ਲੈਣੀਆਂ ਨੇ, ਅਮਲ ਕਮਾ ਲੈਣੀਆਂ। ਹਾਂਜੀ ਹਾਂਜੀ बिल्कुल ठीक जी। हाँ जी, जय श्री कृष्ण जी। आत्मा जय परात्मा जय एको श्री करे, कृष्ण। अंतर की द्वेधा द्वेधा अंदर ही मरे। आत्मा पर आत्मा एको करे, अंतर की दुविधा अंतर मरे। जिन्हें मन लिया ना सारे च एक परमात्मा ही आत्म रूप हो के, अपना स्वरूप हो के, आत्म मैंने अपना, ये आत्म वस्तु है, मेरी वस्तु है, अपनी वस्तु है। हैं जी, आत्म बोध मैनू अपने आप का ज्ञान है। आत्मा प्रात्मा एको करे, अंतर की द्वैता दुविधा जिहड़ी सी ना वो अंदर ही मर जाती है, कोई नुकसान नहीं करती, खत्म हो जाती है हमेशा वास्ते। हाँ जी, बोल श्री सतगुरुदेव भगवान की जय। भगवान की जय। और आज के आनंद की तो जय जय, कि सारा हाँ, कुछ कल ही फिर बता दिया है मिलेंगे। कि बस इच्छा भी उठती है तो बस बैठ जाओ सिमरन में, उस समय कुछ भी ना करो, छोड़ ही दो उसको, तो फिर खुद ही अंतःकरण जो है खुद ही आ जाता है काबू में। जय हो। हाँ। पुत्र तो सम गुरु रहनी जी सिमरन सम हो जाए, साडा मन टिकिया होया होवे ते सिमरन अपने आप हो रहा, शरीर नहीं कर रहा। सिर्फ शरीर ते मरन वाला, जमन वाला, जान वाला, आने वाला, पल पल चिन चिन बदलन वाला है। मन टिक गया ना, मन जो ते टिकिया होया मन अर्थ सिमरन कर रहा। मन आत्मा दा पुत्र है, अपने आप दा आप ही सिमरन करता है। मन तू जोत स्वरूप है, अपना मूल पहचान जो तू है सो मैं वहां, एक मिक आत्मा प्रात्मा एको करे, अंतर की द्वैता दुविधा अंदर ही मरे। आत्म स्वरूप देखिए बस, अपने आप नू भी और सब नू, सारिਆਂ ਵਿੱਚ आत्मा है। आत्मा ਨੂੰ मैं क्यों गालां ਕੱਢਾਂ, आत्मा ਨੂੰ क्यों मैं माड़ा चंगा पापी पुण्य कवां, आत्मा ਨਾਲ क्यों छेड़छाड़ ਕਰਾਂ। कैसा सिलसिला, शरीर ਤੇ ਟੈਂਪਰੇਰੀ ਮਿਲਿਆ ਹੋਇਆ ਹੈ, ਹੁਣੇ ਹੈਗਾ ਤੇ ਹੁਣੇ ਇੱਕ ਸਕਿੰਟ ਦਾ ਪਤਾ ਨਹੀਂ ਖਤਮ। ਹਾਂਜੀ और बचाइए। मीन्स बस जो जैसे आजकल, जैसे हम आजकल के सोचते हैं, जब हम गुरु के पास जाते हैं, उनकी भी गलती नहीं है। हम सिर्फ इतने तक ही करते हैं कि मत्था टेका और हम सोचते हैं हमारा काम हो गया, उतने तक ही हम सिर्फ लिमिटेड रह जाते हैं। लेकिन उनके गुणों को हम अपनाने की और उनको देखने की हम कोशिश ही नहीं बिल्कुल करते। तो जिनसे भी हम सुनते हैं गुरु जी को, हम तो नहीं मिले तो हुए हैं, मन से तो मिले हुए हैं, लेकिन उनके दर्शन नहीं कर पाए हम।
बट जो भी उनकी बातें बताते यही कहते कि जब वो जाते भी थे तो गुरुजी को ये कहते ही नहीं कि मैं तुम्हारा काम कर रहा हूँ, वो जाते ही कहते थे कि रामदास जी को मत्था टेक के आओ, या तुम यहाँ आए हो, मेरे को तो पता ही नहीं था। कहते वो एक बार जैसे अर्शी दीदी गए तो वो कहते थे अच्छा अर्शी मैनू तो पता ही नहीं कि उत्थे लंदन च या उत्थे दिल्ली च रब है ही नहीं है बिल्कुल भी। मीन्स वो अपने आप को बीच में कभी भी आने नहीं देते थे, वो ये नहीं किसी को जताते थे कि मैं तुम्हारे काम कर रहा हूँ, वो हमें अपने आप को बीच में से अलग ही कर देते थे और सीधा कनेक्ट करने की कोशिश करते थे भगवान जी से, इतनी मेहनत करने के बाद भी। और हम तो कुछ मेहनत भी नहीं करते और हम अपना नाम बनाना चाहते हैं कि हमारा नाम हो सब जगह, है ना। तो यही तो असली गुरु की पहचान ही यही है ना। गुरुदेव तो मतलब जो असली गुरु है वो तो कभी कहेंगे ही नहीं कि मैं गुरु हूँ और जा मैं कर रहा हूँ, जा मेरे पास आओ। महाराज जी यही तो कहते थे, यही तो था उनका कि हाँ भाई तेरा तू बस जो तेरे को कर्तव्य मिले हैं उनका पालन कर। मम्मा जाते थे ना जब सत्संग में ਅਸੀਂ तो गुरु भगा जी देते थे मास्टर अब घर जा तू। ਅਸੀਂ ਗੁਰੂ ਜੀ ਨੂੰ ਸ਼ਰੀਰ ਮੰਨਦੇ ਆ ਹੈ, ਸਾਡੇ ਵਰਗਾ ਸ਼ਰੀਰ ਗੁਰ ਕੋ ਮਾਨਸ ਜਾਣਤੇ ਸੋਨਰ ਕਹੀਏ ਅੰਧ, ਇਹ ਅੰਧੇ ਨੇ ਹੈ। ਗੁਰੂ ਜੀ ਤੋਂ ਪ੍ਰਭੂ ਰੂਪ ਨੇ ਉਹ ਅਵਤਾਰ ਲੈ ਕੇ ਸਾਨੂੰ ਸਾਡੇ ਨਾਲ ਜੋ ਵਾਅਦੇ ਕੀਤੇ ਹੋਏ ਨੇ, ਅਸੀਂ ਜੋ ਉਹਨਾਂ ਕੋਲੋਂ ਵਾਅਦੇ ਕਰਵਾਏ ਹੋਏ ਨੇ ਕਿ ਤੁਹਾਨੂੰ ਆਉਣਾ ਪਏਗਾ, ਆਓਗੇ, ਉਹਨਾਂ ਨੇ ਵਾਅਦੇ ਕੀਤੇ ਹੋਏ ਨੇ, ਉਹ ਆਂਦੇ ਜਾਂਦੇ ਜਨਮ ਲੈਂਦੇ ਨੇ, ਅਵਤਾਰ ਲੈਂਦੇ ਨੇ ਸਹੀ ਮਾਇਨਿਆਂ ਦੇ ਵਿੱਚ। ਔਰ ਸਾਨੂੰ ਜਾ ਭਾਈ ਉਤਾਰਨ ਵਾਸਤੇ ਸਾਡੇ ਜਿਹੜੇ ਨਾ ਕਾਰਜ ਕਰਦੇ ਨੇ। ਗੁਰੂ ਕੋ ਮਾਨਸ ਜਾਣਤੇ ਸੋ ਨਰ ਕਹੀਏ ਅੰਧੋ, ਤੇ ਅੰਧੇ ਨੇ ਜਿਹੜੇ ਗੁਰੂ ਨੂੰ ਬੰਦਾ ਸਮਝਦੇ ਨੇ, ਬੰਧਨ ਵਿੱਚ ਪਿਆ ਹੋਇਆ ਸਮਝਦੇ ਨੇ, ਜਨਮ ਮਰਨ ਵਿੱਚ ਪਿਆ ਹੋਇਆ ਸਮਝਦੇ ਨੇ ਹੈ। ਸੋ ਗੁਰੂ ਜੀ ਨੂੰ ਸਰੀਰ ਤੋਂ ਉੱਠ ਕੇ, ਗੁਰੂ ਜੀ ਸੱਚਾ ਗੁਰੂ ਆਪ ਸਰੀਰ ਤੋਂ ਉੱਠਿਆ ਹੋਇਆ ਹੈ। ਔਰ ਜਿਹੜੇ ਅਸੀਂ ਉਹਨਾਂ ਕੋਲ ਜਾਂਦੇ ਆ, ਉਹਨਾਂ ਦੀ ਸੇਵਾ ਕਰਦੇ ਆ, ਉਹਨਾਂ ਦੇ ਚਰਨਾਂ 'ਚ ਬਹਿੰਦੇ ਆ, ਉਹਨਾਂ ਨੂੰ ਪਹਿਲੇ ਸਭ ਤੋਂ ਆਪਣੇ ਸਰੀਰ ਤੋਂ ਉਠਾਉਂਦੇ ਨੇ। ਦੇਖਿਆ ਨਾ ਕਿ ਆਪਣੇ ਸਰੀਰ ਤੋਂ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ, ਕਿਸੇ ਨਾ ਕਿਸੇ ਤਰੀਕੇ ਨਾਲ, ਵਧੀਆ ਤਰੀਕੇ ਨਾਲ, ਸੌਖੇ ਤਰੀਕੇ ਨਾਲ ਸਾਨੂੰ ਆਪਣੇ ਸਰੀਰ ਤੋਂ ਉਠਾਉਂਦੇ ਨੇ, ਆਤਮ ਰੂਪ ਦਿਖਾਉਂਦੇ ਨੇ। ਇੱਕ ਪਰਮਾਤਮਾ ਹੀ ਤੇਰੇ ਵਿੱਚ ਵੀ ਸਮਾਇਆ ਹੋਇਆ, ਮੇਰੇ ਵਿੱਚ ਵੀ ਸਮਾਇਆ ਹੋਇਆ। ਜੇ ਮੈਂ ਨਹੀਂ ਮੰਨਦਾ ਤੇ ਫਿਰ ਕਹਿੰਦੇ ਨੇ ਗੱਲ ਸੁਣ, ਸਰੀਰਕ ਤੌਰ ਤੇ ਵੀ ਅਸੀਂ ਇੱਕੋ ਹੀ ਆ, ਤੇਰੀਆਂ ਵੀ ਦੋ ਅੱਖਾਂ ਮੇਰੀਆਂ ਵੀ, ਦੋ ਕੰਨ ਤੇਰੇ ਵੀ ਮੇਰੇ ਵੀ, ਦੋ ਪੈਰ ਤੇਰੇ ਵੀ ਮੇਰੇ ਵੀ, ਹੱਥ ਮੇਰੇ ਵੀ ਤੇਰੇ। ਇਸ ਕਰਕੇ ਵੀ ਏਕਤਾ ਹੈ। ਔਰ ਜੀਵਨ ਜੋਤੀ ਵੀ ਸਾਰਿਆਂ ਵਿੱਚ ਇੱਕੋ ਹੀ ਹੈ। ਇਸ ਕਰਕੇ ਵੀ ਇੱਕ ਪਰਮਾਤਮਾ ਹੀ ਸਾਰਿਆਂ ਚ ਆਤਮ ਰੂਪ ਹੋ ਕੇ ਸਮਾਇਆ ਹੋਇਆ। ਜੈ ਸਮਦਰਸ਼ੀ ਹੈ, ਸਮਵਰਸ਼ੀ ਹੈ, ਸਮਦਰਦੀ ਵੀ ਹੈ। ਕਿਸੇ ਨੂੰ ਦਰਦ ਹੁੰਦਾ ਹੈ, ਕਹਿੰਦਾ ਮੈਨੂੰ ਹੀ ਦਰਦ ਹੋ ਰਿਹਾ ਹੈ, ਕੌਣ ਹੈ? ਮੈਂ ਹੀ ਹਾਂ, ਕੈਸਾ ਸਿਲਸਿਲਾ। ਸੋ ਇਸ ਕਰਕੇ ਨਾ ਇੱਕ ਅਵਿਅਕਤ ਔਰ ਸਰਵ ਵਿਆਪਕ ਹਰੀ ਹੈ, ਜਿਹਨੇ ਇਸ ਗੱਲ ਨੂੰ ਜਾਣ ਲੀਤਾ, ਪਹਿਚਾਨ ਲੀਤਾ, ਅਮਲ ਕਰ ਲੀਤਾ, ਇਹਦੇ ਜ਼ਿੰਦਗੀ ਚੋਂ ਤੂਫਾਨ ਖਤਮ ਹੋ ਗਏ, ਇਹਨੂੰ ਆਰਾਮ ਮਿਲ ਗਿਆ ਹੈ। ਇਹ ਲਈਏ ਜਾਣ ਈਸ਼ਵਰ ਇੱਕ ਵਿਅਕਤ ਔਰ ਸਰਵ ਵਿਆਪਕ, ਇਹ ਲਈਏ ਜਾਣ ਜ਼ਿੰਦਗੀ ਚੋਂ ਖਤਮ ਹੋ ਜਾਂਦੇ ਨੇ ਤੂਫਾਨ। ਲਾਭ ਹਾਨੀ, ਸੁੱਖ ਦੁੱਖ, ਮਾਣ ਅਪਮਾਨ ਸਾਰਾ ਖਤਮ ਹੋ ਗਿਆ ਸਿਲਸਿਲਾ। ਕਿਉਂਕਿ ਮੈਂ ਅਵਿਅਕਤਾ, ਇੱਕ ਅਵਿਅਕਤ ਔਰ ਸਰਵ ਵਿਆਪਕ ਹਰੀ ਪਰਮਾਤਮਾ ਜਿਹੜਾ ਉਹੀ ਆਤਮ ਰੂਪ ਹੋ ਕੇ ਜਿਹੜਾ ਮੇਰੇ ਨੁਕਸ ਕੱਢਦਾ ਪਿਆ, ਅਪਮਾਨ ਕਰਦਾ ਪਿਆ, ਉਹਦੇ ਵਿੱਚ ਵੀ ਇਹ, ਮੇਰੇ ਵਿੱਚ ਵੀ ਇਹ ਹੈ। ਤੇ ਆਪਣਾ ਅਪਮਾਨ ਆਪ ਹੀ ਕਰ ਰਿਹਾ, ਆਪਣਾ ਅਪਮਾਨ ਆਪ ਹੀ ਸੁਣ ਰਿਹਾ ਹੈ। ਆਪੇ ਆਪ ਨਿਰੰਜਨ ਸੋਏ, ਜਿਨੇ ਸਿਮਰਨ ਕੀਤਾ ਤਿਨ ਪਾਇਆ ਮਾਨ, ਨਾਨਕ ਗਾਵੀਏ ਗੁਣੇ ਨਿਧਾਨ, ਗਾਵੀਏ ਸੁਣੀਏ ਮਨ ਰੱਖੀਏ ਭਾਓ, ਮਨ ਵਿੱਚ ਇਹ ਵਿਚਾਰ ਰੱਖੀਏ, ਭਾਵ ਰੱਖੀਏ, ਪਿਆਰ ਰੱਖੀਏ, ਅੰਤਰਗਤ ਤੀਰਥ ਮਲ ਲਾਓ। ਫਿਰ ਆਪਣੇ ਅੰਦਰ ਹੀ, ਮਨ ਵਿੱਚ ਹੀ, ਕੋਈ ਨੱਸਣ ਭੱਜਣ ਦੀ ਲੋੜ ਨਹੀਂ, ਦੂਰ ਦਰਾਡੇ ਜਾਣ ਦੀ ਵੀ ਲੋੜ ਨਹੀਂ। ਉਹ ਸਾਡੀਆਂ ਲੈਣੀਆਂ ਦੇਣੀਆਂ ਹੁੰਦੀਆਂ ਨੇ। ਸਾਡਾ ਹੁੰਦਾ ਹੈ ਕਿ ਉਸ ਜਗ੍ਹਾ ਅਸੀਂ ਲਿਤਾੜਨੀ ਹੁੰਦੀ ਹੈ, ਉਹ ਹੁੰਦਾ ਹੈ ਕਿ ਉਸ ਜਗ੍ਹਾ ਤਾਂ ਅਸੀਂ ਜਲ ਪਾਨ ਕਰਨਾ ਹੁੰਦਾ ਹੈ। ਇਹ ਹੁੰਦਾ ਹੈ ਕਿ ਉਸ ਜਗ੍ਹਾ ਤੇ ਅਸੀਂ ਕੋਈ ਉੱਥੋਂ ਇੱਥੋਂ ਗਏ ਆ, ਕਿਰਾਇਆ ਖਰਚਣਾ ਹੁੰਦਾ ਹੈ, ਦੇਣਾ ਲੈਣਾ ਹੁੰਦਾ, ਸਾਰਾ ਦੇਣੀਆਂ ਲੈਣੀਆਂ ਸਭ ਹਟਦੀਆਂ ਨੇ। ਇਹ ਸੌਖੇ ਹਿਸਾਬ ਨਾਲ ਸਮ ਰਸ ਰਹਿ ਕੇ, ਸਮ ਰਹਿਣੀ ਕਹਿ ਕੇ, ਸ਼ਾਂਤ ਰਹਿ ਕੇ ਕਰ ਲਈਏ। ਸਹਿਜ ਸੁਭਾਅ ਹੋਏ ਸੋ ਹੋਏ, ਕਰਨੇ ਹਾਰ ਪਛਾਨੇ ਕੋਏ। ਇਹਦੇ ਸ਼ਿਕਵਾ ਸ਼ਿਕਾਇਤ ਨਾ ਕਰੀਏ। ਸ਼ਿਕਵਾ ਸ਼ਿਕਾਇਤ ਅਨਾਇਤ ਨਹੀਂ ਹੋਣ ਦਿੰਦਾ। ਅਨਾਇਤ ਮੈਨੇ ਕਿਰਪਾ, ਸ਼ਿਕਵੇ ਸ਼ਿਕਾਇਤਾਂ, ਇਹ ਕਿਉਂ ਹੋ ਗਿਆ, ਉਹ ਕਿਉਂ ਹੋ ਗਿਆ, ਇੰਝ ਕਿਉਂ ਨਹੀਂ ਹੋ ਗਿਆ, ਇੰਝ ਹੋ ਗਿਆ, ਇਹ ਸ਼ਿਕਵੇ ਸ਼ਿਕਾਇਤ। ਅਨਾਇਤ ਉਰਦੂ ਫਾਰਸੀ ਦਾ ਲਫ਼ਜ਼ ਹੈ, ਕਿਰਪਾ, ਮਿਹਰ ਨਹੀਂ ਹੋਣ ਦਿੰਦਾ ਸਾਡੇ ਤੇ। ਰਜ਼ਾ ਚ ਰਾਜੀ ਰਹੀਏ ਤੇ ਮਿਹਰ ਦਾ ਆਨੰਦ ਸਦਾ ਹੀ ਲਈਏ। ਮਰਨ ਜੰਮਣ ਤੋਂ ਲੈ ਕੇ ਮਰਨ ਤੱਕ ਆਨੰਦ ਹੀ ਆਨੰਦ ਵਿੱਚ ਰਹੀਏ, ਆਨੰਦ ਲਈਏ ਜੇ ਰਜ਼ਾ ਚ ਰਾਜੀ ਰਹੀਏ। ਤੇ ਜੋ ਹੁਆ ਅੱਛਾ,
जो हो रहा अच्छा, जो होगा अच्छा, जो ऐसा जाने, ऐसा माने, ऐसा अमल कमावे, ऐसा सहन कर ले, है ये है अच्छा, बाकी कोई अच्छा। हाँ जी, हाँ शुक्रिया। जी, हरिओम तत्सत। हाँ जी। हरिओम तत्सत। कल फिर मिलेंगे। हाँ जी, मैंने एक चीज मेरे को समझ में आई थी, मैंने पीछे मतलब हाँ जी, हाँ जी, थोड़ा सा बोलो। था दिमाग में ये चीज कि हाँ ਬਈ ਕੋਈ ਥੋੜਾ ਜਿਹਾ ਤੰਗ ਕਰੇ ਜਾਂ ਕੁਝ ਕਰਦਾ ਹੈ ਤੇ ਕਿਉਂ, ਉਹਦਾ ਵੀ ਬੜਾ ਵਧੀਆ ਜਵਾਬ ਕਿਤੇ ਆਇਆ ਸੀ, ਬੜਾ ਹੀ ਵਧੀਆ हाँ, ਜਵਾਬ ਸੀ, ਕਿਉਂਕਿ ਥੋੜਾ ਜਿਹਾ बोलो। ਉਹ प्रभु ਦੇ अकॉर्डिंग ਤੇ कोशिश हैगी है कि ठीक है मेरे में भी वही है, हम यहीं पे थोड़ा सा बदल जाते हैं ना, मेरे में तो है जिससे मैं घृणा करता हूँ उसमें नहीं है। तो उसका जवाब बड़ा ਵਧੀਆ, ਕਹਿੰਦੇ ਤੇਰੇ ਕਰਮ ਸੀ, ਤੈਨੂੰ ਉਹ ਤੇਰੇ ਨਿਬੇੜਨੇ ਹੈ ਤੇ ਕਿਸੇ ਨਾ ਕਿਸੇ ਨੂੰ ਤੇ ਕਾਰਨ ਬਣਨਾ ਪੈਣਾ ਹੈ। ਤੂੰ ਇਹ ਸੋਚ ਕਿ ਤੇਰਾ ਕਰਮ ਉਹਨੇ ਨਿਬੇੜਿਆ, ਤੂੰ ਉਹਨੂੰ ਕਾਰਨ ਨਾ ਸਮਝ ਤੇ ਉਹਦੇ ਨਾਲ ਘ੍ਰਿਣਾ ਨਾ ਕਰ। ਕਿਸੇ ਮਤਲਬ ਕੋਈ ਆਇਆ, ਕਿਸੇ ਨੇ ਮੈਨੂੰ ਕਸ਼ਟ ਦਿੱਤਾ ਤੇ ਬੜਾ ਆ ਗਿਆ ਮਨ ਚ ਕਿ ਹੋ ਇਸ ਇਨਸਾਨ ਨੇ ਮੈਨੂੰ ਕਸ਼ਟ ਕਿਉਂ ਦਿੱਤਾ, ਕਿਉਂ ਦਿੱਤਾ ਮੈਨੂੰ ਕਸ਼ਟ, ਇਹ ਪ੍ਰਭੂ ਮੈਂ ਤਾਂ ਬੜਾ ਮਤਲਬ ਤੂੰ ਕਹਿ ਰਿਹਾ ਕਿ ਤੂੰ ਹੀ ਮੈਂ ਆ, ਇਹ ਵੀ ਇਹਦੇ ਚ ਵੀ ਤੂੰ ਹੀ ਆ ਨਾ, ਤੇ ਇਹ ਵੀ ਮੈਂ ਹੀ ਹੋਇਆ, ਤੇ ਮੈਂ ਆਪਣੇ ਆਪ ਨੂੰ ਕਸ਼ਟ ਦਿੱਤਾ ਇਸ ਇਨਸਾਨ ਇਹ ਇਨਸਾਨ ਤੋਂ। ਤੇ ਉਹ ਇੰਨਾ ਵਧੀਆ ਜਵਾਬ, ਕਹਿੰਦੇ ਉਹ ਕਾਰਨ ਤੇਰੇ ਇਹ ਤੇਰੇ ਕੋਈ ਨਾ ਕੋਈ ਕਰਮ ਸੀ, ਉਹ ਕਰਮ ਖਤਮ ਕਰਨ ਵਾਸਤੇ ਉਸ ਇਨਸਾਨ ਨੂੰ ਕਾਰਨ ਬਣਾਇਆ ਗਿਆ, ਤੇ ਉਸ ਇਨਸਾਨ बिल्कुल ਦਾ ਵੀ ठीक, ਤੂੰ ਸ਼ੁਕਰੀਆ ਅਦਾ ਕਰ, ਉਸ ਇਨਸਾਨ ਦਾ ਵੀ ਤੂੰ ਸ਼ੁਕਰੀਆ ਅਦਾ बिल्कुल। ਕਰ ਕਿ ਤੂੰ ਆ ਕੇ ਮੇਰਾ ਇਹ ਕਰਮ ਘਟਾਇਆ ਹੈ, ਖਤਮ ਕਰਤਾ ਹੈ, ਮੇਰੀ ਜਿਹੜੀ ਲੈਣੀ ਦੇਣੀ ਸੀ ਉਹ ਖਤਮ ਕਰਤੀ ਹੈ। ਤੇ ਬਜਾਏ ਕਿ ਤੂੰ ਉਹਨੂੰ ਹੋਰ ਬੁਰੀ ਭਾਵਨਾ ਕੋਈ ਦੇ ਕਿ ਤੂੰ ਮੈਨੂੰ ਇਸ ਤਰ੍ਹਾਂ ਕੀਤਾ, ਉਹਦੇ ਵਾਸਤੇ द्वेष उत्पन्न ਕਰੇਗਾ ਤੇ ਨਵਾਂ ਬਣਾਏਗਾ, ਨਵੀਂ ਬਣਾਉਣ ਦੀ ਬਜਾਏ ਇਹ ਸੋਚ ਕਿ ਆਇਆ ਔਰ ਉਹਨੇ ਤੇਰੀ ਕੋਈ ਪੁਰਾਣੀ ਭਾਜੀ, ਤੇਰੇ ਪੁਰਾਣੇ ਖਤਮ ਕੀਤੇ ਆ ਕਰਮ, ਔਰ ਤਾਂ ਕਰਕੇ ਤੇਰੇ ਅੰਦਰ ਉਹਦੇ ਪ੍ਰਤੀ ਕੋਈ ਦੁਰਭਾਵਨਾ ਹੀ ਨਹੀਂ ਆਏਗੀ, ਕਿਉਂਕਿ ਤੂੰ ਤਾਂ ਹੀ ਸੋਚ ਪਾਏਗਾ ਨਾ, ਸਮਦਰਸ਼ੀ ਤਾਂ ਹੀ ਬਣ ਪਾਏਗਾ ਕਿ ਉਹਦੇ ਚ ਵੀ ਤੂੰ ਹੀ ਹੈ, ਤੇਰੇ ਚ ਵੀ ਤੂੰ ही है, सब में तू ही तू देख, ਜਾਂ सब में मैं ही मैं देख, ਜਾਂ सब में तू ही, मैं और तू दो नहीं बनाने, एक ही बनाओ, मैं ही मैं हूं सब में, प्रभु मेरे में भी है, आप में भी है, सब में। गलती कितने हो जाती है कि जिथे ही सोचने कि मेरे च ते प्रभु, हाँ भाई मैं तो ईश्वरी अंश हूं, मैं तो प्रभु का अंश हूं, तो मैं प्रभु हूं, तो पर ਜਦੋਂ ਕੋਈ ਹੋਰ ਆ ਕੇ ਕੁਝ ਕਹਿ ਰਿਹਾ ਹੈ ਤੇ ਉਹਦੇ ਵਾਸਤੇ ਹੀ ਸੋਚ ਲੈਂਦੇ ਆ ਤੂੰ ਪ੍ਰਭੂ ਨਹੀਂ, ਇੱਥੇ ਗਲਤੀ ਹੈ, ਇਹ ਨਹੀਂ, ਜੇ ਮੈਂ ਪ੍ਰਭੂ ਹਾਂ ਤੇ ਉਹ ਵੀ ਪ੍ਰਭੂ ਹੈ, ਪ੍ਰਕਿਰਤੀ ਵੀ ਪ੍ਰਭੂ ਹੈ, ਸਾਰੇ ਪ੍ਰਭੂ ਹੈ। ਬਸ ਇੱਥੇ ਆ ਕੇ ਫਿਰ ਥੋੜਾ ਜਿਹਾ ਚੇਂਜ ਆਇਆ ਮਾਈਂਡ ਚ, ਮਤਲਬ सत्ता ਥੋੜਾ पुरख ਸੁਧਾਰ ਹੋਇਆ। प्रभु आप देश काल वस्तु विच, देश जगह काल समा और चीज साडे शरीर या साडे पदार्थ, देश काल वस्तु विच सारियां विच भगवान है, सारियां विच हरि है, इट विच भी, कपड़े विच भी, तीले विच भी, पंज तत्वां विच भी, त्रैगुणी माया विच भी, योग माया विच भी, सारे हरि हरि है। ਜਿਹੜਾ ਇਹ ਮੰਨ ਲੇ ਉਹਦੀ ਬਰੀ ਖਤਮ ਹੁੰਦੀ ਏ, ਉਹਦੀ ਚਿੰਤਾ ਖਤਮ ਹੁੰਦੀ, ਉਹਦਾ ਚਿੰਤਨ ਇਸ ਪਾਸੇ ਲੱਗਾ ਹੁੰਦਾ ਏ ਕਿ ਹਰੀ ਹਰੀ ਕਰ ਰਿਹਾ ਹੈ, ਇਹ ਕਰੇ ਕਰਾਵੇ ਆਪੇ ਆਪ ਹੈ, ਕਹਿਣ ਵਾਲਾ ਸੁਣਨ ਵਾਲਾ ਸੁਣਾਉਣ ਵਾਲਾ ਆਪ ਹੀ ਏ, ਦੋ ਸਿਰਿਓਂ ਕਾ ਆਪ ਸੁਆਮੀ ਏ। ਤੇ ਵਿੱਚ ਜਿਹੜਾ ਖੇਲ ਕਰ ਰਿਹਾ ਨਾ, ਇਹ ਵਿੱਚ ਜਿਹੜਾ ਖੇਲ ਹੋਇਆ ਦੋਵਾਂ ਪਾਸਿਓਂ, ਖੇਲੇ ਵਿਕਸੇ ਅੰਤਰਯਾਮੀ, ਇਹ ਖੇਲਦਾ ਪਿਆ ਹੈ, ਵਿਕਸਦਾ ਪਿਆ ਹੈ, ਵੱਧਦਾ ਘਟਦਾ ਪਿਆ ਹੈ, ਅੰਤਰਯਾਮੀ ਆਪ ਹੀ ਏ ਸਾਰੇ ਪਾਸੇ। ਸੋ ਇੱਕ ਬ੍ਰਹਮ द्वितीया नास्ति, ਇਹ ਬੜਾ ਮਹਾਨ ਸ਼ਬਦ ਹੈ। ਮੈਨੂੰ ਹਾਲੇ ਜਿਹੜਾ ਨਾ ਇਹ ਪੂਰੀ ਤਰ੍ਹਾਂ ਜਿਹੜਾ ਅਮਲ ਚ ਨਹੀਂ ਆਇਆ, ਇੱਕੋ ਬ੍ਰਹਮ द्वितीया नास्ति, ਜਿਹਨੂੰ ਇਹ ਸਮਝ ਆ ਗਈ, ਮਨਨ ਕਰਨ ਲੱਗ ਗਿਆ, ਅਮਲ ਕਰਨ ਲੱਗ ਗਿਆ, ਉਹ ਤੇ ਬਸ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ, ਉਹ ਭਗਵਾਨ ਭਗਤ ਇੱਕ ਮੇਕ, ਹਰ ਵੇਲੇ ਭਗਵਾਨ ਦੇ ਚਰਨਾਂ ਚ ਬੈਠਾ ਹੋਇਆ, ਈਸ਼ਵਰ ਇੱਕ ਕਾ ਵਿਅਕਤ ਤੇ ਸਰਵ ਵਿਆਪਕ। ਹਾਂਜੀ ਬੋਲੋ ਪੁੱਤਰ। ਏਕੋ ਬ੍ਰਹਮ द्वितीया नास्ति, ਇਹਦੇ ਵਾਸਤੇ ਹੀ ਤੇ ਉਹਨੇ ਬੜਾ ਵਧੀਆ ਸਮਝਾਤਾ ਨਾ ਕਿ ਮੈਂ ਹੀ ਉਹ ਰੂਪ ਧਾਰਨ ਕਰਕੇ ਤੇਰੇ ਉਹ ਕੋਈ ਕਰਮ ਸੀ ਉਹ ਖਤਮ ਕਰਨ ਵਾਸਤੇ ਆਇਆ, ਤੇ ਉਹਦੇ ਚ ਵੀ ਤੂੰ ਮੈਨੂੰ ਹੀ ਦੇਖ, द्वेष ਭਾਵਨਾ ਲੈ ਕੇ ਹੀ ਨਾ, द्वेष ਹੀ ਖਤਮ ਕਰ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ ਪੁੱਤਰ। ਇਹ ਈਸ਼ਵਰ ਜੋ ਕੁਝ ਕਰਦਾ ਹੈ ਬਿਹਤਰ ਕਰਦਾ ਹੈ, ਸੰਸਾਰੀ ਆਪਣੇ ਕਾਲੇ ਕਰਮਾਂ ਤੋਂ ਡਰਦਾ ਹੈ, ਬਸ ਕਾਲੇ ਕਰਮ ਨਾ ਕਰੀਏ, ਪਿਛਲੇ ਜਿਹੜੇ ਕੀਤੇ ਨੇ ਉਹ ਮਾਫ ਹੋ ਜਾਣਗੇ, ਅੱਗੇ ਨਹੀਂ ਹੋਣਗੇ, ਛੁੱਟੀ ਹੋ ਗਈ, ਸਾਰੇ ਛੁੱਟ ਗਏ, ਬੰਧਨ ਤੋੜ, ਸ਼ੁਕਰੀਆ ਸ਼ੁਕਰੀਆ। ਨਿਰਵੈਰ ਹੋ ਜਾਈਏ, ਸਾਰੇ ਬੰਧਨ ਟੁੱਟ ਜਾਣਗੇ। ਵੈਰ ਵਿਰੋਧ ਰੱਖਦੇ ਆ, ਆਪਣਾ ਪਰਾਇਆ ਰੱਖਦੇ ਆ, ਉਹਨੇ ਮੇਰਾ ਨੁਕਸਾਨ ਕੀਤਾ, ਮੇਰੇ ਕੋਲ ਉਹਦਾ ਨੁਕਸਾਨ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ, ਇਹ ਦੇਖਿਆ ਨਾ, ਖੇਲੇ ਵਿਕਸੇ ਅੰਤਰਯਾਮੀ ਹੈ, ਖੇਲਦਾ ਹੈ, ਵਿਕਸਦਾ ਹੈ, ਅੰਤਰਯਾਮੀ ਪੁਰਖ ਹੈ, ਆਪੇ ਆਪ ਨਿਰੰਜਨ सोए, जिन सेव्या तिन पाया, मान नानक गाविए गुणी निदान, गाविए सुनिए मन रखिए भाव प्यार, अंतरगत तीरथ मल, अंदर आत्मा परमात्मा एक है, मन दा मनन हरि मनन है, ते चलन सारा ठीक होएगा सारी जिंदगी वास्ते। हाँ जी।